ਧੰਨ ਵਾਹਿਗੁਰੂ ਸਾਹਿਬ ਜੀ। ਲੱਗੜੀ ਸੁਥਾਨ ਜੋੜਨ ਹਾਰੈ ਜੋੜੀਆ, ਨਾਨਕ ਲਹਿਰੀ ਲੱਖ ਸਹਿ ਆਨ, ਡੁੱਬਣ ਦੇ ਨਾ ਮਾਂ ਪਿਰੀ। ਨਾਨਕ ਲਹਿਰੀ ਲੱਖ ਸਹਿ ਆਨ, ਡੁੱਬਣ ਦੇ ਨਾ ਮਾਂ ਪਿਰੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਧੰਨ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪਹਿਲਾ। ਭੈ ਵਿੱਚ ਪਵਨ ਵਹੈ ਸਦ ਵਾਓ, ਭੈ ਵਿੱਚ ਚੱਲੈ ਲਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼, ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੈ ਜਾਵੈ ਪੂਰ, ਸਗਲਿਆਂ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ, ਸਗਲਿਆਂ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸ਼ਾਮਾਂ ਵੇਲੇ ਦੇ ਇਹਨਾਂ ਪਾਵਨ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋਂ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦੇ ਸਦਕਾ ਅਸੀਂ ਸਾਰੇ ਹੀ ਸਤਿਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਸੱਜ ਕੇ ਬੈਠੇ ਹਾਂ। ਮੇਰੇ ਤੋਂ ਪਹਿਲਾਂ ਤੁਸੀਂ ਸਤਿਕਾਰਯੋਗ ਭਾਈ ਸਾਹਿਬ ਹੋਰਾਂ ਜੀ ਦੇ ਜਥੇ ਪਾਸੋਂ ਸਤਿਗੁਰੂ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਸ਼ਰਵਣ ਕਰ ਰਹੇ ਸੀ।
ਅੱਜ ਦਾ ਜਿਹੜਾ ਪਾਵਨ ਸ਼ਲੋਕ ਦਾ ਪਾਠ ਮੈਂ ਆਪ ਸਰਬੱਤ ਸੰਗਤ ਨਾਲ ਸਾਂਝਾ ਕੀਤਾ ਹੈ। ਇਸ ਪਾਵਨ ਸ਼ਲੋਕ ਦੀ ਵਿਚਾਰ ਅਸੀਂ ਪਿਛਲੇਰੇ ਦੀਵਾਨਾਂ ਵਿੱਚ ਵੀ ਥੋੜ੍ਹੀ ਜਿਹੀ ਸਾਂਝੀ ਕਰਨ ਦਾ ਯਤਨ ਕੀਤਾ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਪਾਵਨ ਸ਼ਲੋਕ ਵਿੱਚ ਸਾਨੂੰ ਕੀ ਉਪਦੇਸ਼ ਦਿੰਦੇ ਨੇ, ਕੀ ਸਮਝਾਉਂਦੇ ਨੇ, ਕੀ ਹੁਕਮ ਹੈ ਮਹਾਰਾਜ ਦਾ। ਆਓ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਗੁਰੂ ਦਰਬਾਰ ਦੀ ਇੱਕ ਵਾਰ ਫਿਰ ਤੋਂ ਹਾਜ਼ਰੀ ਲਵਾਉਂਦੇ ਹੋਏ ਫਤਿਹ ਨਾਲ ਸਾਂਝ ਪਾਈਏ। ਸਾਰੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਸ਼ਲੋਕ ਦੇ ਅਖੀਰ ਦੇ ਵਿੱਚ ਜਿਹੜੀਆਂ ਪੰਕਤੀਆਂ ਸਾਡੇ ਨਾਲ ਸਾਂਝੀਆਂ ਕਰਦੇ ਨੇ, ਮਹਾਰਾਜ ਕਹਿੰਦੇ ਸਗਲਿਆਂ ਭਉ ਲਿਖਿਆ ਸਿਰ ਲੇਖ। ਭਉ ਦਾ ਮਤਲਬ ਹੁੰਦਾ ਹੈ ਡਰ, ਹੁਕਮ। ਜਿਹੜਾ ਉਹਦਾ ਹੁਕਮ ਹੈ, ਜਿਹੜਾ ਉਹਦੇ ਹੁਕਮ ਦੇ ਮੁਤਾਬਕ ਕੰਮ ਚੱਲਦਾ ਹੈ। ਸਤਿਗੁਰੂ ਕਹਿੰਦੇ ਨੇ ਰੱਬ ਦਾ ਹੁਕਮ, ਰੱਬ ਦਾ ਡਰ ਸਾਰਿਆਂ ਦੇ ਮੱਥੇ ਵਿੱਚ ਲਿਖਿਆ ਹੋਇਆ ਹੈ। ਹੁਣ ਮੱਥੇ ਵਿੱਚ ਲਿਖਣ ਦਾ ਮਤਲਬ ਕੀ ਹੈ? ਮੱਥੇ ਵਿੱਚ ਲਿਖਣ ਦਾ ਮਤਲਬ ਹੈ ਵੀ ਉਹਦਾ ਜਿਹੜਾ ਹੁਕਮ ਹੈ ਉਹ ਸਾਰਿਆਂ 'ਤੇ ਇੱਕ ਬਰਾਬਰ ਲਾਗੂ ਹੋ ਰਿਹਾ ਹੈ ਅਤੇ ਸਾਰੀ ਦੁਨੀਆ, ਸਾਰੀ ਕਾਇਨਾਤ ਉਹਦੇ ਹੁਕਮ ਦੇ ਮੁਤਾਬਕ ਹੈ। ਜਿਹੜੀ ਚੀਜ਼ ਉਹਨੇ ਇੱਕ ਵਾਰੀ ਹੁਕਮ ਬਣਾ ਦਿੱਤਾ, ਮਨੁੱਖ ਇੱਕ ਰੰਚਕ ਮਾਤਰ ਵੀ ਉਹਦੇ ਹੁਕਮ ਤੋਂ ਬਾਹਰ ਜਾ ਕੇ ਕੋਈ ਕਰਮ ਨਹੀਂ ਕਰ ਸਕਦਾ। ਜਿਵੇਂ ਜਪਜੀ ਸਾਹਿਬ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ। ਜੇ ਹੁਕਮ ਨੂੰ ਬੁੱਝ ਲਵੇ ਫਿਰ ਉੱਥੇ ਵਿਕਾਰ ਨਹੀਂ ਪਾਉਂਦੇ। ਸਾਰੀ ਦੁਨੀਆ ਉਹਦੇ ਹੁਕਮ ਦੇ ਮੁਤਾਬਕ ਹੀ ਕਰਮ ਕਰਦੀ ਹੈ। ਇੱਕ ਚੀਜ਼ ਅਸੀਂ ਆਮ ਦੁਨਿਆਵੀ ਤੌਰ 'ਤੇ ਹੋਰ ਵਰਤਦੇ ਹਾਂ। ਅਸੀਂ ਕਹਿੰਦੇ ਹਾਂ ਵੇਖੋ ਜੀ ਸਾਡੀ ਕਿਸਮਤ ਵਿੱਚ ਇਹ ਚੀਜ਼ ਨਹੀਂ ਲਿਖੀ, ਇਸ ਕਰਕੇ ਅਸੀਂ ਉੱਥੋਂ ਤੱਕ ਪਹੁੰਚ ਨਹੀਂ ਸਕੇ। ਜਦੋਂ ਬੰਦਾ ਕਿਸੇ ਕੰਮ ਦੇ ਵਿੱਚ ਅਸਫਲ ਹੁੰਦਾ ਹੈ, ਅਸੀਂ ਕਹਿੰਦੇ ਹਾਂ ਹੋ ਸਕਦਾ ਸਾਡੀ ਕਿਸਮਤ ਵਿੱਚ ਹੀ ਇਹ ਚੀਜ਼ ਨਾ ਹੋਵੇ। ਅਸਫਲਤਾ ਬੰਦੇ ਦੀ ਆਪਣੀ ਹੁੰਦੀ ਹੈ, ਦੋਸ਼ ਕਿਸਮਤ ਨੂੰ ਦਿੱਤਾ ਜਾਂਦਾ ਹੈ ਅਤੇ ਕਿਸਮਤ ਨਾ ਲਿਖਣ ਦੇ ਪਿੱਛੇ ਦੋਸ਼ ਦਿੱਤਾ ਜਾਂਦਾ ਹੈ ਰੱਬ ਨੂੰ, ਵੀ ਸ਼ਾਇਦ ਰੱਬ ਨੇ ਸਾਡੀ ਕਿਸਮਤ ਵਿੱਚ ਇਹ ਚੀਜ਼ ਲਿਖੀ ਨਹੀਂ ਸੀ। ਇੱਕ ਚੀਜ਼ ਨੂੰ ਹਮੇਸ਼ਾ ਆਪਣੀ ਸੁਰਤ ਦਾ ਹਿੱਸਾ ਬਣਾ ਕੇ ਰੱਖਿਓ, ਧਿਆਨ ਵਿੱਚ ਰੱਖਿਓ। ਕਰਮ ਬੰਦੇ ਦਾ ਆਪਣਾ ਹੈ, ਉਸ ਕਰਮ ਦੇ ਉੱਤੇ ਰਿਜ਼ਲਟ ਜਿਹੜਾ ਹੈ ਉਹ ਉਸ ਕੁਦਰਤ ਵਿੱਚ ਬਣਾਇਆ ਹੋਇਆ ਨਿਯਮ ਤੁਹਾਨੂੰ ਦੇਵੇਗਾ। ਉਹਦਾ ਨਤੀਜਾ ਕੀ ਹੈ? ਕਿਸਾਨ ਦਾ ਕਰਮ ਕੀ ਹੈ? ਉਹਨੇ ਫਸਲ ਆਪਣੇ ਖੇਤਾਂ ਦੇ ਵਿੱਚ ਬੀਜ ਦਿੱਤੀ ਹੈ। ਜਿਹੜੀ ਫਸਲ ਖੇਤਾਂ ਵਿੱਚ ਬੀਜੀ ਹੈ, ਬਾਹਰ ਕਿਹੋ ਜਿਹਾ ਵਾਤਾਵਰਨ ਹੈ, ਬਾਹਰ ਕਿਹੋ ਜਿਹਾ ਮੌਸਮ ਹੈ, ਉਸੇ ਦੇ ਮੁਤਾਬਕ, ਉਸੇ ਦੇ ਹੁਕਮ ਦੇ ਵਿੱਚ ਉਹਨੂੰ ਉਸ ਫਸਲ ਦੇ ਵਿੱਚੋਂ ਝਾੜ ਪ੍ਰਾਪਤ ਹੋਏਗਾ। ਜੇ ਬਾਹਰ ਮੌਸਮ ਚੰਗਾ ਨਹੀਂ, ਵਾਤਾਵਰਨ ਚੰਗਾ ਨਹੀਂ, ਫਿਰ ਫਸਲ ਦਾ ਝਾੜ ਚੰਗਾ ਨਹੀਂ ਹੋਏਗਾ। ਜੇ ਬਾਹਰ ਮੌਸਮ ਚੰਗਾ, ਵਾਤਾਵਰਨ ਚੰਗਾ ਹੈ ਤਾਂ ਫਸਲ ਚੰਗੀ ਨਿਕਲ ਜਾਏਗੀ। ਕਿਸਮਤ ਦਾ ਦੋਸ਼ ਕਦੀ ਰੱਬ ਨੂੰ ਦਿੱਤਾ ਨਹੀਂ ਜਾ ਸਕਦਾ। ਅਸਫਲਤਾ ਉਹਦੇ ਪਿੱਛੇ ਸਾਡੀ ਆਪਣੀ ਹੁੰਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਮਹਾਰਾਜ ਨੇ ਇੱਕ ਉਦਾਹਰਨ ਵਰਤੀ ਹੈ। ਸਤਿਗੁਰੂ ਕਹਿੰਦੇ ਨੇ ਜਦੋਂ ਬਾਹਰੀ ਤੌਰ 'ਤੇ ਮੀਂਹ ਪੈਂਦਾ ਹੈ ਨਾ, ਅੱਜ ਤਾਂ ਸਾਡੇ ਕੋਲ ਬਥੇਰੇ ਸਾਧਨ ਆ ਗਏ, ਟਿਊਬਵੈੱਲ ਆ ਗਈ, ਮੋਟਰਾਂ, ਬੰਦਾ ਸੁੱਚ ਨੱਪਦਾ ਹੈ, ਪਾਣੀ ਧਰਤੀ 'ਚੋਂ ਬਾਹਰ ਕੱਢ ਲਿਆ ਜਾਂਦਾ। ਪੁਰਾਣੇ ਸਮੇਂ ਵਿੱਚ ਇੱਦਾਂ ਨਹੀਂ ਸੀ। ਪੁਰਾਣੇ ਸਮੇਂ ਦੇ ਵਿੱਚ ਜਿੰਨੀ ਵੀ ਆਲੇ ਦੁਆਲੇ ਖੇਤੀ ਕੀਤੀ ਜਾਂਦੀ ਸੀ ਉਹ ਸਾਰੀ ਮੀਂਹਾਂ ਦੇ ਪਾਣੀ ਦੇ ਉੱਪਰ ਡਿਪੈਂਡ ਕਰਦੀ ਸੀ। ਜੇ ਤਾਂ ਮੀਂਹ ਪੈ ਜਾਣੇ ਤਾਂ ਫਸਲ ਚੰਗੀ ਹੋ ਜਾਣੀ, ਜੇ ਮੀਂਹ ਨਾ ਪੈਣੇ ਤਾਂ ਫਸਲ ਮੰਦੀ ਹੋ ਜਾਣੀ, ਜਾਂ ਫਸਲ ਦਾ ਰਹਿਣਾ ਹੀ ਕੱਖ ਨਹੀਂ। ਪੁਰਾਣੇ ਸਮੇਂ ਵਿੱਚ ਫਿਰ ਜਦੋਂ ਮੀਂਹ ਪੈਂਦੇ ਸਨ ਤਾਂ ਕਿਸਾਨ ਕੀ ਕਰਦਾ ਸੀ, ਆਪਣੇ ਖੇਤਾਂ ਦੀਆਂ ਵੱਟਾਂ ਬਾਹਰੋਂ ਉੱਚੀਆਂ ਕਰ ਦਿੰਦਾ ਸੀ ਵੀ ਮੀਂਹ ਦਾ ਪਾਣੀ ਜਿਹੜਾ ਸਾਡੇ ਖੇਤਾਂ ਵਿੱਚ ਖੜੋ ਸਕੇ। ਇਹ ਨਾ ਹੋਵੇ ਵੀ ਮੀਂਹ ਪਵੇ ਅਤੇ ਪਾਣੀ ਖੇਤਾਂ ਦੇ ਵਿੱਚੋਂ ਸਾਰਾ ਹੀ ਬਾਹਰ ਨੂੰ ਵਹਿ ਤੁਰੇ। ਜਦੋਂ ਮੀਂਹ ਪਵੇ ਤਾਂ ਖੇਤਾਂ ਵਿੱਚ ਪਾਣੀ ਥੋੜ੍ਹਾ ਜਿਹਾ ਖਲੋਵੇ ਤਾਂ ਕਿ ਥੋੜ੍ਹਾ ਸਮਾਂ ਤੱਕ ਖੇਤਾਂ ਦੇ ਵਿੱਚ ਜਿਰਾਂਦ ਰਹਿ ਸਕੇ।
ਸਤਿਗੁਰੂ ਕਹਿੰਦੇ ਨੇ ਇੱਦਾਂ ਹੀ ਤੇਰਾ ਜੀਵਨ ਹੈ। ਜਦੋਂ ਸਤਿਗੁਰ ਦੀ ਬਾਣੀ ਦਾ ਮੀਂਹ ਪੈਂਦਾ ਹੈ ਨਾ, ਤੂੰ ਵੀ ਆਪਣੇ ਜੀਵਨ ਦੇ ਵਿੱਚ ਇਸ ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਦੇ ਨਾਲ ਜਿਹੜੀਆਂ ਤੇਰੀਆਂ ਵੱਟਾਂ ਨੇ ਮਨ ਦੀਆਂ, ਇਹਨਾਂ ਨੂੰ ਉੱਚੀਆਂ ਕਰਨਾ ਤਾਂ ਕਿ ਗੁਰੂ ਦਾ ਨਾਮ ਇਹਨਾਂ ਵਿੱਚ ਆਣ ਕੇ ਟਿਕ ਸਕੇ। ਹੁਣ ਜਿਹੜੀ ਮੈਂ ਗੱਲ ਕਰ ਰਿਹਾ ਸਾਂ ਕਿਸਮਤ ਦੀ, ਵੀ ਕਿਸਮਤ ਕੀ ਹੁੰਦੀ ਹੈ। ਮੰਨ ਲਓ ਇੱਕ ਉਦਾਹਰਨ ਹੈ ਵੀ ਉੱਪਰੋਂ ਆਕਾਸ਼ ਦੇ ਉੱਪਰੋਂ ਮੀਂਹ ਪੈ ਰਿਹਾ ਹੈ। ਜਦੋਂ ਆਕਾਸ਼ ਦੇ ਉੱਤੋਂ ਮੀਂਹ ਪੈਂਦਾ ਹੈ, ਦੋ ਭਰਾ ਨੇ ਤੇ ਇੱਕ ਭਰਾ ਅੱਧੀ ਰਾਤ ਨੂੰ ਉੱਠਿਆ ਤੇ ਉਹਨੇ ਜਾ ਕੇ ਆਪਣੇ ਖੇਤਾਂ ਦੇ ਵਿੱਚ ਖੇਤਾਂ ਦੀਆਂ ਵੱਟਾਂ ਨੂੰ ਉੱਚੀਆਂ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਚੂਹੇ ਨੇ ਮਾੜਾ ਮੋਟਾ ਕੋਈ ਰੁੱਡ ਪੁੱਟੀ ਹੋਈ ਸੀ, ਉਹਨੇ ਰੁੱਡਾਂ ਨੂੰ ਬੰਦ ਕੀਤਾ ਵੀ ਜਿਹੜਾ ਪਾਣੀ ਹੈ ਨਾ ਖੇਤਾਂ ਦੇ ਵਿੱਚ ਆ ਰਿਹਾ ਹੈ, ਉਹ ਮੇਰੇ ਖੇਤਾਂ ਤੋਂ ਬਾਹਰ ਨਾ ਜਾਵੇ। ਅੱਧੀ ਰਾਤ ਨੂੰ ਉੱਠਿਆ ਤੇ ਅੱਧੀ ਰਾਤ ਉੱਠ ਕੇ ਉਹਨੇ ਸਾਰੀਆਂ ਖੇਤਾਂ ਦੀਆਂ ਵੱਟਾਂ ਇੱਕ ਬਰਾਬਰ 'ਤੇ ਪੱਧਰੀਆਂ ਕਰ ਦਿੱਤੀਆਂ। ਇੱਕ ਨਾਲ ਹੀ ਉਹਦੇ ਦੂਜਾ ਭਰਾ ਸੀ, ਉਹਨੂੰ ਵੀ ਰਾਤ ਨੂੰ ਉਠਾਇਆ ਵੀ ਬਾਹਰ ਮੀਂਹ ਪੈ ਰਿਹਾ, ਤੂੰ ਵੀ ਜਾ, ਤੇਰਾ ਭਰਾ ਜਾ ਕੇ ਖੇਤਾਂ ਦੀਆਂ ਵੱਟਾਂ ਉੱਚੀਆਂ ਕਰ ਰਿਹਾ, ਤੂੰ ਵੀ ਜਾ ਕੇ ਖੇਤਾਂ ਦੀਆਂ ਵੱਟਾਂ ਉੱਚੀਆਂ ਕਰਿਆ। ਪਰ ਆਲਸੀ ਸੀ, ਗਿਆ ਨਾ। ਜਦੋਂ ਸਵੇਰ ਹੋਈ ਤੇ ਜਿਹੜੇ ਕਿਸਾਨ ਨੇ ਰਾਤ ਨੂੰ ਮਿਹਨਤ ਕੀਤੀ ਸੀ, ਉਹਦੇ ਖੇਤਾਂ ਦੇ ਵਿੱਚ ਪਾਣੀ ਖਲੋਤਾ ਹੋਇਆ, ਤੇ ਜਿਹੜਾ ਰਾਤ ਨੂੰ ਉੱਠਿਆ ਨਹੀਂ, ਸਵੇਰ ਨੂੰ ਜਦੋਂ ਆਪਣੇ ਖੇਤਾਂ ਵਿੱਚ ਗਿਆ ਤੇ ਖੇਤਾਂ ਵਿੱਚ ਤਿੱਪ ਵੀ ਪਾਣੀ ਨਹੀਂ, ਸਾਰਾ ਪਾਣੀ ਉਹਦੇ ਖੇਤ ਤੋਂ ਬਾਹਰ ਨਿਕਲ ਗਿਆ। ਹੁਣ ਜਦੋਂ ਫਸਲ ਦੋਵਾਂ ਨੇ ਇਕੱਠੀ ਬੀਜੀ ਸੀ, ਬੀਜ ਦੋਵਾਂ ਨੇ ਇਕੱਠਾ ਪਾਇਆ ਸੀ, ਤੇਲ ਦਾ ਖਰਚਾ ਦੋਵਾਂ 'ਤੇ ਇੱਕੋ ਜਿਹਾ ਆਇਆ ਸੀ, ਕੋਈ ਫਰਕ ਨਹੀਂ ਸੀ। ਬੀਜ ਜਿੰਨਾ ਉਸ ਕਿਸਾਨ ਨੇ ਪਾਇਆ ਓਨਾ ਹੀ ਦੂਜੇ ਨੇ ਪਾਇਆ, ਕੋਈ ਫਰਕ ਨਹੀਂ ਸੀ। ਪਰ ਫਰਕ ਕਿੱਥੇ ਰਹਿ ਗਿਆ, ਜਿੱਦਣ ਮੀਂਹ ਦਾ ਵੇਲਾ ਆਇਆ ਤੇ ਇੱਕ ਨੇ ਅੱਧੀ ਰਾਤ ਉੱਠ ਕੇ ਵੱਟਾਂ ਉੱਚੀਆਂ ਕਰ ਦਿੱਤੀਆਂ ਤੇ ਦੂਜਾ ਉਹਦੇ ਤੋਂ ਵਾਂਝਾ ਰਹਿ ਗਿਆ। ਹੁਣ ਜਦੋਂ ਫਸਲ ਦਾ ਝਾੜ ਪ੍ਰਾਪਤ ਹੋਇਆ, ਜਿਹੜੇ ਕਿਸਾਨ ਨੇ ਰਾਤ ਨੂੰ ਉੱਠ ਕੇ ਆਪਣੀ ਫਸਲ ਨੂੰ ਬਚਾਇਆ ਸੀ, ਮੀਂਹ ਦਾ ਪਾਣੀ ਉਹਦੇ 'ਚ ਇਕੱਠਾ ਕੀਤਾ ਸੀ, ਉਹਦੀ ਜਿਹੜੀ ਫਸਲ ਸੀ ਉਹਦਾ ਝਾੜ ਜ਼ਿਆਦਾ ਨਿਕਲਿਆ। ਤੇ ਜਿਹੜਾ ਵਿਚਾਰਾ ਰਾਤ ਨੂੰ ਉੱਠ ਨਹੀਂ ਸੀ ਸਕਿਆ, ਜਿਹੜਾ ਆਲਸੀ ਸੀ, ਸੁਭਾਵਿਕ ਜਿਹੀ ਗੱਲ ਹੈ ਉਹਦੀ ਫਸਲ ਦਾ ਝਾੜ ਘੱਟ ਨਿਕਲਣਾ ਸੀ, ਕਿਉਂਕਿ ਰਾਤ ਨੂੰ ਉੱਠਿਆ ਹੀ ਨਹੀਂ। ਹੁਣ ਉਹ ਬੰਦਾ ਉੱਥੇ ਇਸ ਗੱਲ ਦਾ ਦੋਸ਼ ਦੇਈ ਜਾਵੇ ਵੀ ਰੱਬ ਨੇ ਹੋ ਸਕਦਾ ਮੇਰੀ ਕਿਸਮਤ ਵਿੱਚ ਹੀ ਇੰਨਾ ਕੁ ਕੁਝ ਲਿਖਿਆ ਹੋਵੇ। ਹੁਣ ਇੱਥੇ ਕਿਸਮਤ ਦਾ ਦੋਸ਼ ਹੈ ਕਿ ਬੰਦੇ ਦਾ ਆਪਣਾ ਦੋਸ਼ ਹੈ? ਰੱਬ ਦਾ ਤਾਂ ਕੋਈ ਕਸੂਰ ਨਹੀਂ ਨਾ। ਕਰਮ ਤਾਂ ਬੰਦੇ ਨੇ ਆਪਣਾ ਕਰਨਾ ਹੈ ਨਾ। ਕਰਮ ਤੋਂ ਬਾਅਦ ਉਹਦੇ ਹੁਕਮ ਦੇ ਵਿੱਚ ਨਤੀਜਾ ਜਿਹੜਾ ਮਿਲਦਾ ਹੈ, ਜਿਹੜਾ ਕਰਮ ਬੰਦੇ ਨੇ ਉਹਦੇ ਹੁਕਮ ਦੇ ਵਿੱਚ ਕਰਨਾ ਹੈ, ਤੇ ਉਦੋਂ ਬਾਅਦ ਜਿਹੜਾ ਰਿਜ਼ਲਟ ਮਿਲਦਾ ਹੈ, ਇਹ ਫਿਰ ਉਹਦੇ ਚੀਜ਼ਾਂ ਡਿਪੈਂਡ ਕਰਦੀਆਂ ਨੇ। ਬੰਦਾ ਕਰਮ ਕਰਦਾ ਨਹੀਂ ਤੇ ਨਤੀਜਾ ਚਾਹੁੰਦਾ ਹੈ। ਅਸੀਂ ਵੀ ਬਹੁਤੀ ਵਾਰੀ ਦੋਸ਼ ਕਿਸਮਤ ਨੂੰ ਦਿੰਦੇ ਹਾਂ ਵੀ ਹੋ ਸਕਦਾ ਸਾਡੀ ਕਿਸਮਤ ਵਿੱਚ ਹੀ ਮਾੜਾ ਲਿਖਿਆ ਹੋਵੇ। ਜਦੋਂ ਘਰ ਦੇ ਵਿੱਚ ਨੂੰਹ ਚੰਗੀ ਨਾ ਹੋਵੇ, ਉਦੋਂ ਵੀ ਰੱਬ ਨੂੰ ਲਾਮੇ ਹੋ ਸਕਦਾ ਸਾਡੀ ਕਿਸਮਤ ਵਿੱਚ ਹੀ ਇੱਦਾਂ ਲਿਖਿਆ ਹੋਵੇ, ਹੈ ਨਾ। ਅਤੇ ਜਦੋਂ ਫਿਰ ਨੂੰਹ ਦਾਜ ਲੈ ਕੇ ਆਉਂਦੀ ਹੈ, ਫਿਰ ਉਹ ਵੀ ਘਰ ਦੇ ਵਿੱਚ ਅਗਲੀ ਟੌਰ ਦੇ ਨਾਲ ਰਹਿੰਦੀ ਹੈ ਵੀ ਇੰਨਾ ਕੁਝ ਮੈਂ ਇਹਨਾਂ ਦੇ ਘਰ ਵਿੱਚ ਲਿਆਂਦਾ, ਇੰਨਾ ਘਰ ਇਹਨਾਂ ਦਾ ਮੈਂ ਭਰਿਆ, ਹੁਣ ਮੈਂ ਵੀ ਤਾਂ ਆਪਦਾ ਹੁਕਮ ਚਲਾਵਾਂਗੀ ਨਾ। ਫਿਰ ਅਸੀਂ ਉਦੋਂ ਬਾਅਦ ਉਹ ਲਾਮੇ ਅਸੀਂ ਰੱਬ ਨੂੰ ਦੇਣੇ ਸ਼ੁਰੂ ਕਰ ਦਿੰਦੇ ਵੀ ਹੋ ਸਕਦਾ ਸਾਡੀ ਕਿਸਮਤ ਵਿੱਚ ਹੀ ਇਹ ਚੀਜ਼ਾਂ ਲਿਖੀਆਂ ਹੋਣ। ਲਾਲਚ ਸਾਡੇ ਅੰਦਰ ਦਾ ਹੈ। ਉਹ ਵੀ ਫਿਰ ਅਗਲੀ ਕਹਿੰਦੀ ਹੈ ਵੀ ਜਦੋਂ ਮੈਂ ਇਹਨਾਂ ਦੇ ਘਰ ਵਿੱਚ ਵਿਆਹ ਕੇ ਆਈ ਸਾਂ, ਇਹਨਾਂ ਦੇ ਘਰ ਵਿੱਚ TV ਵੀ ਨਹੀਂ ਸੀ, ਵਾਸ਼ਿੰਗ ਮਸ਼ੀਨ ਵੀ ਨਹੀਂ ਸੀ, ਗੱਡੀ ਵੀ ਨਹੀਂ ਸੀ, ਸਾਰਾ ਕੁਝ ਤਾਂ ਮੈਂ ਲੈ ਕੇ ਆਈ ਹਾਂ, ਘਰ ਤਾਂ ਮੇਰਾ ਹੋ ਗਿਆ, ਹੁਣ ਮਾਲਕਣ ਤਾਂ ਮੈਂ ਆ ਘਰ ਦੀ। ਫਿਰ ਅਸੀਂ ਉਦੋਂ ਬਾਅਦ ਦੋਸ਼ ਕਿਹਨੂੰ ਦਿੰਦੇ ਹਾਂ? ਰੱਬ ਨੂੰ। ਧੀ ਪੁੱਤ ਨਾ ਪੜ੍ਹੇ ਤੇ ਦੋਸ਼ ਕਿਹਨੂੰ ਦਿੰਦੇ ਹਾਂ? ਰੱਬ ਨੂੰ। ਧੀ ਪੁੱਤ ਕਾਬਲ ਨਾ ਨਿਕਲੇ ਤੇ ਦੋਸ਼ ਕਿਹਨੂੰ ਦਿੰਦੇ ਹਾਂ? ਰੱਬ ਨੂੰ ਹੀ ਦਿੰਦੇ ਹਾਂ ਨਾ। ਸਤਿਗੁਰ ਦੀ ਬਾਣੀ ਕਹਿੰਦੀ ਹੈ ਇਹ ਨਹੀਂ ਵੀ ਤੁਸੀਂ ਕਰਮ ਮਾੜਾ ਕਰੋ ਤੇ ਮਾੜੇ ਕਰਮ ਤੋਂ ਬਾਅਦ ਤੁਸੀਂ ਦੋਸ਼ ਰੱਬ ਨੂੰ ਦਿਓ। ਰੱਬ ਨੇ ਸਾਡੀ ਕਿਸਮਤ ਵਿੱਚ ਕੁਝ ਨਹੀਂ ਲਿਖਿਆ, ਸਿਰਫ ਇੱਕੋ ਇਸ ਦੁਨੀਆ ਦੇ ਵਿੱਚ ਅਟੱਲ ਸੱਚਾਈ ਹੈ ਵੀ ਬੰਦੇ ਨੇ ਇੱਕ ਦਿਨ ਇਸ ਸੰਸਾਰ ਤੋਂ ਤੁਰ ਜਾਣਾ ਹੈ। ਬਾਕੀ ਜਿਹੋ ਜਿਹਾ ਬੰਦਾ ਕਰਮ ਇਸ ਦੁਨੀਆ ਦੇ ਵਿੱਚ ਆਣ ਕੇ ਕਰੇਗਾ, ਉਹੋ ਜਿਹਾ ਹੀ ਉਸ ਬੰਦੇ ਨੂੰ ਉਹਦਾ ਨਤੀਜਾ ਪ੍ਰਾਪਤ ਹੋਏਗਾ। ਜਿਹੜੀ ਅਸੀਂ ਸਵੇਰ ਦੀ 12 ਮਾਹ ਦੀ ਬਾਣੀ ਵਿੱਚ ਵਿਚਾਰ ਕੀਤੀ ਸੀ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 12 ਮਾਹ ਦੀ ਬਾਣੀ ਵਿੱਚ ਵੀ ਇਹੋ ਸਮਝਾਉਂਦੇ ਨੇ। ਕਹਿੰਦੇ ਤੇਰੇ ਕਰਮਾਂ ਦਾ ਖੇਤ ਹੈ, ਖੇਤ ਹੈ, ਉਹਦੇ ਵਿੱਚ ਤੂੰ ਜਿਹੋ ਜਿਹਾ ਬੀਜ ਪਾਏਗਾ ਉਹੋ ਜਿਹਾ ਹੀ ਉਸ ਖੇਤ ਦੇ ਵਿੱਚੋਂ ਤੂੰ ਰਿਜ਼ਲਟ ਪ੍ਰਾਪਤ ਕਰ ਲਏਗਾ। ਜੇ ਬੀਜ ਖੇਤ ਵਿੱਚ ਪਾਇਆ ਹੀ ਨਾ, ਧਰਤੀ ਤਿਆਰ ਹੈ, ਧਰਤੀ ਵਾਹੀ ਹੈ, ਅਤੇ ਜਿਹੜਾ ਵੇਲਾ ਬੀਜ ਪਾਉਣ ਦਾ ਸੀ ਖੇਤ ਵਿੱਚ, ਜੇ ਬੰਦਾ ਉੱਥੋਂ ਖੁੰਝ ਗਿਆ ਤੇ ਮੰਨ ਲਓ ਜ਼ਮੀਨ ਬੰਦੇ ਨੇ ਤਿਆਰ ਕੀਤੀ ਹੈ, ਜ਼ਮੀਨ ਵਾਹੀ ਹੈ, ਜ਼ਮੀਨ ਵਾਹੁਣ ਤੋਂ ਬਾਅਦ, ਜ਼ਮੀਨ ਤਿਆਰ ਕਰਨ ਤੋਂ ਬਾਅਦ ਵੇਲਾ ਸੀ ਵੀ ਹੁਣ ਖੇਤ ਵਿੱਚ ਬੀਜ ਪਾਉਣਾ ਹੈ,
ਬੰਦੇ ਨੇ ਬੀਜ ਨਹੀਂ ਪਾਇਆ, ਵੇਲੇ ਤੋਂ ਖੁੰਝ ਗਿਆ, ਉਦੋਂ ਬਾਅਦ ਪਾਇਆ ਹੋਇਆ ਬੀਜ ਕਿਸੇ ਅਰਥ ਨਹੀਂ। ਇਹ ਗੱਲ ਇਕੱਲੀ ਬੀਜ ਦੀ ਨਹੀਂ, ਗੱਲ ਸਾਡੇ 'ਤੇ ਵੀ ਲਾਗੂ ਹੁੰਦੀ ਹੈ। ਜਦੋਂ ਬੱਚਾ ਕੁਝ ਸਿੱਖਣਾ ਚਾਹੁੰਦਾ ਸੀ, ਕੁਝ ਸਮਝਣਾ ਚਾਹੁੰਦਾ ਸੀ, ਉਦੋਂ ਸਾਡੇ ਕੋਲ ਟਾਈਮ ਨਹੀਂ। ਹੁਣ ਸਾਡੇ ਹੱਥੋਂ ਟਾਈਮ ਲੰਘ ਗਿਆ, ਹੁਣ ਅਸੀਂ ਲੰਘੇ ਹੋਏ ਸਮੇਂ ਨੂੰ ਪਛਤਾ ਕੇ ਤੇ ਮੱਥੇ 'ਤੇ ਹੱਥ ਮਾਰਦੇ ਹਾਂ ਵੀ ਇਹ ਸਾਡੇ ਨਾਲ ਕੀ ਭਾਣਾ ਵਾਪਰ ਗਿਆ। ਜਦੋਂ ਬੱਚਾ ਗੱਲ ਸੁਣਦਾ ਸੀ, ਜਦੋਂ ਸਾਰਿਆਂ ਨੇ ਕਿਹਾ ਸੀ ਵੀ ਭਾਈ ਗੁਰਦੁਆਰੇ ਆ ਜਾਓ, ਮੱਥਾ ਟੇਕ ਲਓ, ਗੁਰੂ ਦੀ ਬਾਣੀ ਸੁਣੋ, ਉਦੋਂ ਅਸੀਂ ਆਪਣੇ ਕੰਮਾਂ ਵਿਹਾਰਾਂ ਦੇ ਵਿੱਚ ਲੱਗੇ ਰਹੇ। ਹੁਣ ਅਸੀਂ ਬੱਚੇ ਨੂੰ ਕਹਿੰਦੇ ਵੀ ਗੁਰਦੁਆਰੇ ਜਾ ਕੇ ਮੱਥਾ ਟੇਕਿਆ, ਉਹ ਵੀ ਫਿਰ ਸਾਨੂੰ ਸਵਾਲ ਕਰਦਾ ਵੀ ਤੁਸੀਂ ਗੁਰਦੁਆਰੇ ਜਾਂਦੇ ਹੋ, ਝੂਠ ਤਾਂ ਤੁਸੀਂ ਵੀ ਬੋਲਦੇ ਹੋ। ਸਭ ਤੋਂ ਪਹਿਲਾਂ ਝੂਠ ਬੋਲਣਾ ਸਿਖਾਇਆ ਕਿਹਨੇ ਘਰ ਦੇ ਵਿੱਚ? ਮਾਤਾ ਪਿਤਾ ਨੇ ਸਿਖਾਇਆ ਨਾ। ਤੁਸੀਂ ਬੱਚੇ ਨੂੰ ਜਿਹੜਾ ਕੰਮ ਕਹਿੰਦੇ ਹੋ ਬੱਚਾ ਉਹ ਕਦੇ ਨਹੀਂ ਕਰਦਾ, ਜਿਹੜਾ ਕੰਮ ਤੁਸੀਂ ਘਰ ਵਿੱਚ ਕਰਦੇ ਹੋ ਬੱਚਾ ਉਹ ਕਰੇਗਾ। ਤੁਸੀਂ ਉਹਨੂੰ ਆਖੋ ਵੀ ਝੂਠ ਨਹੀਂ ਬੋਲਣਾ, ਮੰਨ ਗਿਆ। ਦਰਵਾਜ਼ੇ 'ਤੇ ਕੋਈ ਬਾਹਰ ਆਇਆ, ਅਸੀਂ ਬੱਚੇ ਨੂੰ ਕਹਿੰਦੇ ਹਾਂ ਵੀ ਜਾ ਤੂੰ ਉਹਨੂੰ ਜਾ ਕੇ ਕਹਿ ਦੇ ਸਾਡੀ ਮੰਮੀ ਜਾਂ ਸਾਡਾ ਡੈਡੀ, ਸਾਡੇ ਪਿਤਾ ਜੀ ਘਰ ਵਿੱਚ ਨਹੀਂ ਹੈਗੇ। ਹੁਣ ਬੱਚਾ ਸੋਚਦਾ ਤਾਂ ਇੱਕ ਵਾਰੀ ਹੈਗਾ ਨੇ ਵੀ ਇੱਕ ਪਾਸੇ ਕਹਿ ਰਹੇ ਆ ਵੀ ਝੂਠ ਨਹੀਂ ਬੋਲਣਾ, ਦੂਜੇ ਪਾਸੇ ਸਾਨੂੰ ਝੂਠ ਬੋਲਣ ਬਾਰੇ ਆਪ ਕਹਿ ਰਹੇ ਆ। ਕਿਸੇ ਦਾ ਫੋਨ ਆਵੇ ਤੇ ਅਸੀਂ ਕਹਿੰਦੇ ਵੀ ਤੂੰ ਚੁੱਕ ਕੇ ਕਹਿ ਦੇ ਵੀ ਉਹ ਤਾਂ ਘਰ ਨਹੀਂ ਹੈਗੇ ਜਾਂ ਕਿਤੇ ਕੰਮਕਾਰ ਦੇ ਵਿੱਚ ਰੁੱਝੇ ਹੋਏ ਨੇ, ਬਾਅਦ 'ਚ ਗੱਲ ਕਰ ਲੈਂਦੇ ਨੇ। ਇਹ ਚੀਜ਼ਾਂ ਬਾਰੇ ਦੱਸਿਆ ਕਿਹਨੇ? ਅਸੀਂ ਆਪ ਹੀ ਦੱਸਿਆ ਨਾ। ਜਿੰਨੇ ਮਰਜ਼ੀ ਉਹਦੇ ਸਾਹਮਣੇ ਤੁਸੀਂ ਲੈਕਚਰ ਕਰੀ ਜਾਓ, ਝੂਠ ਨਹੀਂ ਬੋਲਣਾ ਚਾਹੀਦਾ, ਝੂਠ ਬੋਲਣਾ ਮਾੜਾ ਹੈ। ਜਦੋਂ ਤੁਹਾਨੂੰ ਝੂਠ ਬੋਲਦੇ ਉਹ ਵੇਖ ਰਿਹਾ ਹੈ, ਫਿਰ ਉਹ ਝੂਠ ਬੋਲਣ ਤੋਂ ਕਿੱਦਾਂ ਰਵੇ? ਜਦੋਂ ਫਿਰ ਉਦੋਂ ਬਾਅਦ ਉਹ ਝੂਠ ਬੋਲਣਾ ਸ਼ੁਰੂ ਕਰਦਾ, ਫਿਰ ਉਦੋਂ ਬਾਅਦ ਅਸੀਂ ਪਰੇਸ਼ਾਨ ਹੁੰਦੇ ਹਾਂ। ਫਿਰ ਅਸੀਂ ਕਹਿੰਦੇ ਹਾਂ ਵੇਖੋ ਜੀ ਸਾਡੀ ਕਿਸਮਤ ਦਾ ਹੀ ਕਸੂਰ ਹੈ। ਦੋਸ਼ ਅਸੀਂ ਉਦੋਂ ਬਾਅਦ ਕਿਹਦਾ ਦਿੰਦੇ ਹਾਂ? ਕਿਸਮਤ ਦਾ। ਕਿਸਮਤ ਰੱਬ ਨੇ ਨਹੀਂ ਲਿਖੀ, ਕਿਸਮਤ ਬੰਦੇ ਨੇ ਆਪਣੀ ਆਪ ਲਿਖਣੀ ਹੈ। ਇਸ ਚੀਜ਼ ਨੂੰ ਹਮੇਸ਼ਾ ਧਿਆਨ ਵਿੱਚ ਰੱਖਿਓ। ਰੱਬ ਨਹੀਂ ਲਿਖਦਾ ਵੀ ਇਸ ਬੱਚੇ ਨੇ ਪਹਿਲੇ ਨੰਬਰ 'ਤੇ ਆਉਣਾ, ਇਹਨੇ ਦੂਜੇ ਨੰਬਰ 'ਤੇ ਆਉਣਾ। ਜਿਹੜਾ ਬੱਚਾ ਕਲਾਸ ਵਿੱਚ ਰਹਿ ਕੇ ਚੰਗੀ ਪੜ੍ਹਾਈ ਪੜ੍ਹ ਜਾਂਦਾ ਹੈ, ਉਹ ਆਪਣੀ ਕਿਸਮਤ ਵਿੱਚ ਆਪ ਇਹ ਚੀਜ਼ ਲਿਖਦਾ ਹੈ ਕਿ ਮੈਂ ਪਹਿਲੇ ਨੰਬਰ 'ਤੇ ਆਉਣਾ ਹੈ। ਜਿਹੜਾ ਡਾਕਟਰ 18 20 ਘੰਟੇ ਪੜ੍ਹਾਈ ਬਹਿ ਕੇ ਕਰਦਾ ਹੈ, ਉਹ ਆਪਣੀ ਕਿਸਮਤ ਵਿੱਚ ਆਪ ਡਾਕਟਰੀ ਦੀ ਲਾਈਨ ਨੂੰ ਲਿਖਦਾ ਹੈ। ਜਿਹੜਾ ਵਕੀਲ ਵੱਧ ਮਿਹਨਤ ਕਰਕੇ ਪੜ੍ਹਾਈ ਕਰਦਾ, ਉਹ ਆਪਣੀ ਕਿਸਮਤ ਵਿੱਚ ਆਪ ਚੀਜ਼ਾਂ ਲਿਖਦਾ ਹੈ। ਰੱਬ ਨਹੀਂ ਕਿਸੇ ਨਾਲ ਮਾੜਾ ਕਰਦਾ, ਰੱਬ ਨਹੀਂ ਕਿਸੇ ਨਾਲ ਧੱਕਾ ਕਰਦਾ। ਇਹ ਤਾਂ ਸਿਰਫ ਸਾਡੇ ਸਮਾਜਿਕ ਤੌਰ 'ਤੇ ਬਣੇ ਹੋਏ ਤਖੱਲਸ ਨੇ। ਅਸੀਂ ਆਪਣੇ ਮਨ ਦਾ ਭਾਰ ਹੌਲਾ ਕਰਨ ਵਾਸਤੇ ਇਹਨਾਂ ਚੀਜ਼ਾਂ ਨੂੰ ਵਰਤ ਲੈਂਦੇ ਹਾਂ। ਇੱਕ ਹੋਰ ਸ਼ਬਦ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਸ੍ਰੀ ਰਾਗ ਦਾ ਸ਼ਬਦ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਬੜੀ ਪਿਆਰੀ ਗੱਲ ਮਹਾਰਾਜ ਕਹਿੰਦੇ ਨੇ। ਸਤਿਗੁਰੂ ਕਹਿੰਦੇ ਨੇ ਅਮਲ ਕਰ ਧਰਤੀ। ਮੈਂ ਪਹਿਲਾਂ ਵੀ ਇੱਕ ਦਿਨ ਇਸ ਸ਼ਬਦ ਦੀ ਵਿਚਾਰ ਸੰਖੇਪ ਰੂਪ 'ਚ ਤੁਹਾਡੇ ਨਾਲ ਸਾਂਝੀ ਕੀਤੀ ਸੀ। ਮਹਾਰਾਜ ਕਹਿੰਦੇ ਨੇ ਅਮਲ ਕਰ ਧਰਤੀ। ਜਿਹੜੀ ਧਰਤੀ ਹੈ ਨਾ, ਇਹ ਅਮਲਾਂ ਦੀ ਹੈ, ਕਿਸਮਤ ਦੀ ਹੈ। ਬੀਜ ਸ਼ਬਦੋ ਕਰ, ਇਹਦੇ ਵਿੱਚ ਬੀਜ ਕਾਹਦਾ ਪਾਉਣਾ ਹੈ? ਗੁਰੂ ਦੇ ਸ਼ਬਦ ਦਾ। ਕਿਸਾਨ ਬਾਹਰ ਫਸਲ ਤਿਆਰ ਕਰਦਾ ਹੈ, ਪੈਲੀ ਨੂੰ ਵਾਹੁੰਦਾ ਹੈ, ਸਵਾਰਦਾ ਹੈ, ਉਹਦੇ 'ਚੋਂ ਘਾਹ ਮਾਰਦਾ ਹੈ, ਉਦੋਂ ਬਾਅਦ ਬੀਜ ਪਾਉਂਦਾ ਹੈ। ਅਤੇ ਬੀਜ ਉਸ ਗੱਲ ਦਾ ਪਾਉਂਦਾ ਜਿਹੋ ਜਿਹੀ ਬਾਹਰ ਰੁੱਤ ਹੁੰਦੀ ਹੈ। ਜਦੋਂ ਝੋਨੇ ਦੀ ਰੁੱਤ ਆਉਂਦੀ ਹੈ ਉਦੋਂ ਝੋਨਾ ਬੀਜਿਆ ਜਾਂਦਾ, ਜਦੋਂ ਕਣਕ ਦੀ ਰੁੱਤ ਆਉਂਦੀ ਹੈ ਕਣਕ ਬੀਜੀ ਜਾਂਦੀ ਹੈ। ਜਿਹੋ ਜਿਹੀ ਬਾਹਰ ਫਸਲ ਹੈ, ਫਸਲ ਦੇ ਮੁਤਾਬਕ ਉਹਦੇ ਵਿੱਚ ਬੀਜ ਪਾਇਆ ਜਾਂਦਾ ਹੈ। ਅਤੇ ਜੇ ਬੀਜ ਰੁੱਤ ਦੇ ਮੁਤਾਬਕ ਨਾ ਪਾਏ, ਰੁੱਤ ਕੋਈ ਹੋਰ ਹੋਵੇ, ਬੀਜ ਕੋਈ ਹੋਰ ਜ਼ਮੀਨ ਵਿੱਚ ਪਾ ਦਿਓ, ਬੀਜ ਹੋਏਗਾ ਜ਼ਮੀਨ ਦੇ ਵਿੱਚ? ਕਦੀ ਨਹੀਂ ਹੋ ਸਕਦਾ, ਜਿੰਨਾ ਮਰਜ਼ੀ ਬੰਦਾ ਜ਼ੋਰ ਲਾ ਲਵੇ। ਜ਼ਮੀਨ ਦੇ ਵਿੱਚ ਪਾਇਆ ਹੋਇਆ ਬੀਜ ਅਤੇ ਬਾਹਰੀ ਤੌਰ 'ਤੇ ਉਹ ਰੁੱਤ ਨਹੀਂ, ਬੰਦਾ ਜ਼ੋਰ ਲਾ ਲਵੇ ਉਹ ਬੀਜ ਧਰਤੀ ਵਿੱਚ ਪੈਦਾ ਹੋ ਹੀ ਨਹੀਂ ਸਕਦਾ। ਅੱਜ ਸੋਚ ਕੇ ਵੇਖਿਓ ਕਿਤੇ ਸਾਡੇ ਨਾਲ ਇਹ ਕੁਝ ਤਾਂ ਨਹੀਂ ਵਾਪਰ ਰਿਹਾ। ਜਦੋਂ ਬੀਜ ਪਾਉਣ ਦਾ ਵੇਲਾ ਸੀ, ਜਦੋਂ ਸਿੱਖਿਆ ਦੇਣ ਦੀ ਲੋੜ ਸੀ, ਸਾਨੂੰ ਟੀਵੀ ਸੀਰੀਅਲ ਤੋਂ ਵੇਲ ਨਾ ਮਿਲਿਆ। ਜਦੋਂ ਬੀਜ ਪਾਉਣ ਦਾ ਵੇਲਾ ਲੰਘ ਗਿਆ, ਹੁਣ ਅਸੀਂ ਗੁਰਦੁਆਰੇ ਆਣ ਕੇ ਰੱਬ ਦੇ ਅੱਗੇ ਹਾੜੇ ਕੱਢਦੇ ਹਾਂ, ਸਾਡਾ ਨਿਆਣਾ ਸਹੀ ਲਾਈਨ 'ਤੇ ਆ ਜਾਵੇ, ਸਾਡਾ ਬੱਚਾ ਸਹੀ ਰਸਤੇ 'ਤੇ ਪੈ ਜਾਵੇ। ਪਤਾ ਨਹੀਂ ਸਾਡੀ ਕਿਸਮਤ ਵਿੱਚ ਹੀ ਸ਼ਾਇਦ ਇਹ ਚੀਜ਼ਾਂ ਲਿਖੀਆਂ ਹੋਈਆਂ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ, ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਪ ਨਿਤ ਦੇ ਪਾਣੀ। ਸੱਚ ਦੀ ਆੜ ਬਣਾ ਕੇ ਇਹਨੂੰ ਪਾਣੀ ਦੇ, ਜਿਹੜੀ ਤੂੰ ਫਸਲ ਬੀਜੀ ਹੋਈ ਹੈ। ਫਿਰ ਹੋਏਗਾ ਕੀ? ਮਹਾਰਾਜ ਕਹਿੰਦੇ ਹੋਏ ਈਮਾਨ, ਹੋਏ ਕਿਰਸਾਨ, ਈਮਾਨ ਜਮਾਏ ਲੈ। ਫਿਰ ਤੂੰ ਚੰਗਾ ਕਿਰਸਾਨ ਬਣੇਗਾ ਅਤੇ ਈਮਾਨ ਨੂੰ ਪੈਦਾ ਹੋਏਗਾ। ਇਸ ਧਰਤੀ ਵਿੱਚੋਂ ਸੱਚ ਪੈਦਾ ਹੋਏਗਾ, ਇਸ ਧਰਤੀ ਵਿੱਚੋਂ ਚੰਗੇ ਗੁਣ ਪੈਦਾ ਹੋਣਗੇ, ਇਸ ਧਰਤੀ ਵਿੱਚੋਂ ਸਰਬੱਤ ਦੇ ਭਲੇ ਦੀ ਭਾਵਨਾ ਪੈਦਾ ਹੋਏਗੀ। ਫਿਰ ਤੂੰ ਸਹੀ ਮਾਇਨਿਆਂ ਦੇ ਵਿੱਚ ਸਤਿਗੁਰੂ ਦੁਆਰਾ ਬਣਾਇਆ ਹੋਇਆ ਕਿਰਸਾਨ ਬਣ ਜਾਏਗਾ।
ਅੱਜ ਦੇ ਇਸ ਪਾਵਨ ਸ਼ਲੋਕ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਗਲਿਆਂ ਭਉ ਲਿਖਿਆ ਸਿਰ ਲੇਖ। ਸਾਰਿਆਂ ਦੇ ਮੱਥੇ ਉੱਤੇ ਰੱਬ ਨੇ ਲੇਖ ਲਿਖਿਆ ਹੋਇਆ ਹੈ। ਲੇਖ ਕਾਹਦਾ ਲਿਖਿਆ ਹੋਇਆ ਹੈ? ਜਿਹੋ ਜਿਹਾ ਬੀਜ ਇਸ ਧਰਤੀ ਵਿੱਚ ਪਾਓਗੇ ਉਹੋ ਜਿਹਾ ਹੀ ਰਿਜ਼ਲਟ ਪ੍ਰਾਪਤ ਕਰੋਗੇ। ਇਹ ਲੇਖ ਲਿਖਿਆ ਹੋਇਆ ਸਾਰਿਆਂ ਦੇ ਮੱਥੇ 'ਤੇ। ਅੱਗੇ ਮਹਾਰਾਜ ਕਹਿੰਦੇ ਨੇ ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਨਿਰੰਕਾਰ ਪਰਮਾਤਮਾ ਵਾਹਿਗੁਰੂ ਉਹੋ ਹੀ ਸੱਚਾ ਹੈ, ਬਾਕੀ ਸਾਰੀ ਦੁਨੀਆ ਉਹਦੇ ਹੁਕਮ ਦੇ ਮੁਤਾਬਕ ਕੰਮ ਕਰਦੀ ਹੈ। ਸਤਿਗੁਰੂ ਇਸ ਸ਼ਲੋਕ ਦੇ ਆਰੰਭ ਵਿੱਚ ਕਹਿੰਦੇ ਨੇ ਭੈ ਵਿੱਚ ਪਵਨ ਵਹੈ ਸਦ ਵਾਓ। ਹਵਾ ਹੈ, ਹਵਾ ਵੀ ਉਹਦੇ ਹੁਕਮ ਦੇ ਵਿੱਚ ਚੱਲਦੀ ਹੈ, ਉਹਦੇ ਹੁਕਮ ਤੋਂ ਬਾਹਰ ਨਹੀਂ। ਸਦ ਵਾਓ ਦਾ ਮਤਲਬ ਹੈ ਸਦਾ ਹੀ, ਹਰ ਸਮੇਂ, ਹਰ ਘੜੀ, ਹਰ ਵੇਲੇ ਉਹਦੇ ਹੁਕਮ ਦੇ ਵਿੱਚ ਹਵਾ ਚੱਲ ਰਹੀ ਹੈ। ਉਹਦੇ ਹੁਕਮ ਤੋਂ ਬਾਹਰ ਹਵਾ ਨਹੀਂ ਜਾ ਸਕਦੀ। ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ ਉਹਦੇ ਹੁਕਮ ਦੇ ਵਿੱਚ ਹੈ। ਭੈ ਵਿੱਚ ਪਵਨ ਵਹੈ ਸਦ ਵਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਜਿੰਨੇ ਧਰਤੀ 'ਤੇ ਦਰਿਆ ਨੇ, ਜਿੰਨਾ ਪਾਣੀ ਹੈ, ਜਿੰਨਾ ਪਾਣੀ ਦਾ ਵਹਾਅ ਹੈ, ਉਹ ਵੀ ਉਹਦੇ ਭੈ ਵਿੱਚ ਹੈ। ਪਾਣੀ ਦਾ ਸੁਭਾਅ ਕੀ ਹੈ? ਉੱਚੇ ਥਾਂ ਤੋਂ ਆਉਣਾ ਅਤੇ ਨਿਮਾਣ ਵਾਲੇ ਪਾਸੇ ਨੂੰ ਤੁਰਿਆ ਜਾਣਾ। ਇਹੋ ਹੀ ਪਾਣੀ ਦਾ ਸੁਭਾਅ ਹੈ ਨਾ। ਬੰਦੇ ਦਾ ਸੁਭਾਅ ਕੀ ਹੋਣਾ ਚਾਹੀਦਾ ਹੈ? ਹੰਕਾਰ ਵਾਲੇ ਪਾਸੇ ਨੂੰ ਕਿ ਨਿਮਰਤਾ ਵਾਲੇ ਪਾਸੇ ਨੂੰ? ਨਿਮਰਤਾ ਵਾਲੇ ਪਾਸੇ ਨੂੰ ਹੋਣਾ ਚਾਹੀਦਾ ਹੈ ਨਾ। ਹੰਕਾਰ ਦਾ ਤਿਆਗਣ ਵਾਸਤੇ ਕਿਹਾ ਹੈ। ਇੱਕ ਚੀਜ਼ ਨੂੰ ਸਾਧ ਸੰਗਤ ਹਮੇਸ਼ਾ ਆਪਣੀ ਸੁਰਤ ਦਾ ਹਿੱਸਾ ਬਣਾ ਕੇ ਰੱਖਿਓ। ਜਦੋਂ ਬੰਦੇ ਦੇ ਸਾਹਮਣੇ ਪਹਾੜ ਹੋਵੇ ਨਾ, ਪਹਾੜ, ਬੰਦਾ ਪਹਾੜ 'ਤੇ ਕਿੱਦਾਂ ਚੜ੍ਹਦਾ ਭਲਾ? ਆਪਣੇ ਸਰੀਰ ਨੂੰ ਅਕੜਾ ਕੇ, ਆਕੜ ਕੇ ਬੰਦਾ ਪਹਾੜ 'ਤੇ ਚੜ੍ਹ ਰਿਹਾ। ਜਦੋਂ ਤੁਹਾਡੇ ਜੀਵਨ ਦੇ ਵਿੱਚ ਹੰਕਾਰ ਆਏਗਾ ਅਤੇ ਹੰਕਾਰ ਦੇ ਵਿੱਚ ਬੰਦਾ ਆਕੜਿਆ ਹੋਏਗਾ, ਸਮਝ ਲਓ ਬੰਦਾ ਹੰਕਾਰ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਜਦੋਂ ਬੰਦਾ ਪਹਾੜ ਤੋਂ ਥੱਲੇ ਉਤਰਦਾ ਹੈ, ਬੰਦਾ ਝੁਕ ਕੇ ਪਹਾੜ ਤੋਂ ਥੱਲੇ ਉਤਰਦਾ ਹੈ। ਨਿਮਾਣ ਵਾਲੇ ਪਾਸੇ ਨੂੰ ਮਨੁੱਖ ਨੇ ਆਉਣਾ ਹੋਵੇ ਅਤੇ ਬੰਦਾ ਝੁਕ ਕੇ ਪਹਾੜ ਤੋਂ ਥੱਲੇ ਨੂੰ ਆਉਂਦਾ ਹੈ। ਜਿੱਦਣ ਤੁਸੀਂ ਕਿਸੇ ਦੇ ਅੱਗੇ ਝੁਕ ਗਏ, ਨਿਮਰਤਾ ਵਾਲੇ ਪਾਸੇ ਨੂੰ ਆ ਗਏ, ਸਮਝੋ ਤੁਸੀਂ ਗੁਰੂ ਵਾਲੇ ਪਾਸੇ ਨੂੰ ਆ ਗਏ। ਇਹੀ ਸੁਭਾਅ ਪਾਣੀ ਦਾ ਹੈ। ਪਾਣੀ ਉੱਪਰ ਤੋਂ ਥੱਲੇ ਵਾਲੇ ਪਾਸੇ ਨੂੰ ਆਉਂਦਾ ਹੈ, ਪਹਾੜੀ ਇਲਾਕਿਆਂ ਦੇ ਵਿੱਚੋਂ ਮੈਦਾਨੀ ਇਲਾਕਿਆਂ ਵਾਲੇ ਪਾਸੇ ਨੂੰ ਵਹਿੰਦਾ ਹੈ। ਸਤਿਗੁਰੂ ਕਹਿੰਦੇ ਨੇ ਤੇਰੇ ਜੀਵਨ ਦੇ ਵਿੱਚ ਵੀ ਪਾਣੀ ਵਰਗੀ ਨਿਮਰਤਾ ਹੋਣੀ ਚਾਹੀਦੀ ਹੈ। ਪਾਣੀ ਤੋਂ ਕਿੰਨੇ ਲੋਕ ਆਪਣੀਆਂ ਲੋੜਾਂ ਪੂਰੀਆਂ ਕਰਦੇ ਨੇ। ਮੈਦਾਨੀ ਇਲਾਕਿਆਂ ਵਿੱਚ ਆਣ ਕੇ ਕਿੰਨੀਆਂ ਫਸਲਾਂ ਨੂੰ ਪਾਣੀ ਪਾਲਦਾ ਹੈ। ਮੈਦਾਨੀ ਇਲਾਕਿਆਂ ਵਿੱਚ ਆਣ ਕੇ ਕਿੰਨੇ ਜੰਗਲਾਂ ਦੇ ਵਿੱਚ ਦੀ ਪਾਣੀ ਵਹਿੰਦਾ ਹੋਇਆ ਕਿੰਨੇ ਪਸ਼ੂ ਪੰਛੀਆਂ ਦੀ ਪਿਆਸ ਨੂੰ ਦੂਰ ਕਰਦਾ ਹੈ। ਇਹ ਪਾਣੀ ਦਾ ਸੁਭਾਅ ਹੈ। ਪਾਣੀ ਕਿਸੇ ਦੇ ਨਾਲ ਵੈਰ ਨਹੀਂ ਕਰਦਾ। ਸਤਿਗੁਰੂ ਕਹਿੰਦੇ ਨੇ ਪਾਣੀ ਵੀ ਉਹਦੇ ਹੁਕਮ ਦੇ ਵਿੱਚ ਚੱਲਦਾ ਹੈ। ਉਸੇ ਪਾਣੀ ਦੀ ਤਰ੍ਹਾਂ ਬੰਦਿਆ ਤੂੰ ਵੀ ਉਹਦੇ ਹੁਕਮ ਦੇ ਵਿੱਚ ਚੱਲਣਾ ਹੈ। ਪਾਣੀ ਤੋਂ ਸਿੱਖਿਆ ਲੈ ਲਾ। ਪਾਣੀ ਤੋਂ ਸਿੱਖਿਆ ਲੈ ਕੇ ਤੂੰ ਵੀ ਉਹਦੀ ਰਜ਼ਾ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਨਾ। ਮਹਾਰਾਜ ਕਹਿੰਦੇ ਨੇ ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੈਗਾਰ। ਵੈਗਾਰ ਦਾ ਮਤਲਬ ਹੈ ਸੇਵਾ। ਅਗਨ ਦਾ ਮਤਲਬ ਹੁੰਦਾ ਹੈ ਅੱਗ। ਮਹਾਰਾਜ ਕਹਿੰਦੇ ਨੇ ਜਿਹੜੀ ਅੱਗ ਹੈ ਉਹ ਵੀ ਉਹਦੇ ਹੁਕਮ ਦੇ ਵਿੱਚ ਸੇਵਾ ਕਰ ਰਹੀ ਹੈ। ਜਦੋਂ ਜੰਗਲ ਨੂੰ ਅੱਗ ਲੱਗਦੀ ਹੈ ਤਾਂ ਕਈ ਵਾਰੀ ਅੱਗ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਪਰ ਜਦੋਂ ਅੱਗ ਨੂੰ ਇੱਕ ਨਿਯਮਬੱਧ ਤਰੀਕੇ ਦੇ ਨਾਲ ਘਰ ਵਿੱਚ ਬਾਲਿਆ ਜਾਂਦਾ ਹੈ, ਉਹ ਸਾਡੇ ਭੋਜਨ ਪਕਾਉਣ ਦੇ ਕੰਮ ਆਉਂਦੀ ਹੈ। ਅੱਗ ਤੋਂ ਵੀ ਕੰਮ ਲਿਆ ਜਾ ਸਕਦਾ ਹੈ। ਵਧੀ ਹੋਈ ਅੱਗ ਨੁਕਸਾਨ ਕਰਦੀ ਹੈ, ਪਰ ਇੱਕ ਨੀਅਤ ਸੀਮਾ ਦੇ ਵਿੱਚ ਜਦੋਂ ਅੱਗ ਬਲਦੀ ਹੈ ਅਤੇ ਭੋਜਨ ਤਿਆਰ ਕਰਨ ਦੇ ਕੰਮ ਆਉਂਦੀ ਹੈ। ਉਹਦੇ ਨਾਲ ਘਰ ਵਿੱਚ ਭੋਜਨ ਤਿਆਰ ਕੀਤਾ ਜਾਂਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਵੇਂ ਅੱਗ ਘਰ ਦੇ ਵਿੱਚ ਕੰਮ ਆਉਂਦੀ ਹੈ ਅਤੇ ਭੋਜਨ ਤਿਆਰ ਕਰਕੇ ਕਿਸੇ ਦੂਜੇ ਦਾ ਸਵਾਰਦੀ ਹੈ, ਬੰਦਿਆ ਤੂੰ ਵੀ ਇੱਦਾਂ ਕਿਸੇ ਦੂਜੇ ਨੂੰ ਸਵਾਰ। ਇਹ ਨਹੀਂ ਵੀ ਤੂੰ ਆਪਣੇ ਗੁਣ ਨੂੰ ਔਗਣ ਦੇ ਰੂਪ ਦੇ ਵਿੱਚ ਪੇਸ਼ ਕਰੇ। ਔਗਣ ਦੇ ਰੂਪ ਦੇ ਵਿੱਚ ਪੇਸ਼ ਕਰਕੇ ਕਿਸੇ ਨੂੰ ਮਾਰਨ ਦੀ ਤਾਕ ਵਿੱਚ ਬੈਠਾ ਰਵੇਂ। ਜੇ ਤੇਰੇ ਕੋਲ ਕੋਈ ਗੁਣ ਹੈ ਉਹ ਗੁਣ ਤੋਂ ਦੂਜੇ ਨੂੰ ਵੰਡ। ਜੇ ਤੇਰੇ ਕੋਲ ਕੋਈ ਚੰਗਿਆਈ ਹੈ ਦੂਜੇ ਨੂੰ ਵੰਡ। ਇਹ ਨਹੀਂ ਵੀ ਤੂੰ ਪੜ੍ਹਾਈ ਕਰਕੇ ਡਾਕਟਰੀ ਦਾ ਕਿੱਤਾ ਕੀਤਾ ਅਤੇ ਵਧੀ ਹੋਈ ਅੱਗ ਦੀ ਤਰ੍ਹਾਂ ਤੂੰ ਲੋਕਾਂ ਦੇ ਕੋਲੋਂ ਪੈਸਾ ਇਕੱਠਾ ਕਰੀ ਜਾਵੇਂ, ਤੂੰ ਗਰੀਬਾਂ ਦਾ ਹੱਕ ਮਾਰੇ, ਤੂੰ ਉੱਚੇ ਅਹੁਦਿਆਂ 'ਤੇ ਬੈਠ ਕੇ ਲੋਕਾਂ ਦੀ ਹੱਕ ਦੀ ਕਮਾਈ ਦੇ ਡਾਕੇ ਮਾਰੇ। ਇਹ ਗੱਲ ਤੈਨੂੰ ਇਜਾਜ਼ਤ ਨਹੀਂ ਦਿੰਦੀ। ਸਤਿਗੁਰ ਦੀ ਬਾਣੀ ਨੇ ਮਨਾਹੀ ਕੀਤੀ ਹੈ ਇਹਨਾਂ ਗੱਲਾਂ ਤੋਂ। ਮਹਾਰਾਜ ਕਹਿੰਦੇ ਨੇ ਭੈ ਵਿੱਚ ਅਗਨ ਕੱਢੇ ਵੈਗਾਰ। ਜਿਵੇਂ ਅੱਗ ਉਹਦੇ ਭੈ ਵਿੱਚ ਹੈ, ਬੰਦੇ ਦੀ ਸੇਵਾ ਕਰਦੀ ਹੈ, ਇੱਦਾਂ ਬੰਦਿਆ ਤੂੰ ਵੀ ਦੁਨੀਆ ਦੇ ਵਿੱਚ ਰਹਿ ਕੇ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਦੁਨੀਆ ਦੇ ਵਿੱਚ ਉਜਾਗਰ ਕਰਨਾ ਹੈ ਅਤੇ ਗੁਰੂ ਦੀ ਸੇਵਾ ਕਰਨੀ ਹੈ। ਅੱਗੇ ਫਿਰ ਮਹਾਰਾਜ ਕਹਿੰਦੇ ਨੇ ਭੈ ਵਿੱਚ ਧਰਤੀ ਦੱਬੀ ਪਾਰ। ਜਿਹੜੀ ਧਰਤੀ ਹੈ ਇਹਨੇ ਕਿੰਨਾ ਭਾਰ ਸਹਿਆ ਹੋਇਆ ਹੈ, ਕਿੰਨਾ ਕੁਝ ਇਸ ਧਰਤੀ 'ਤੇ ਹੈ। ਲੱਖਾਂ ਬੂਟੇ, ਜੰਗਲ,
जानवर पंछी मनुख किड्डियां उच्चियां उच्चियां बिल्डिंगां। सतगुरु कहते ने ये भी उहदे भै विच ही है। धरती भी उहदे भै तो, उहदे डर तो, उहदे अदब तो, उहदे हुक्म तो बाहर नहीं है। धरती ने किन्ना भार सिया होया, पर धरती ने अज तक किसी नूं ये गल नहीं जताई भी मैं तैनूं किन्ना कुछ दिता है। कि धरती ने क्या है? धरती नहीं बोलती कदी। बंदे ने धरती की हिक पाड़ के उहदे ते खेती की, नीआं पुट के धरती ते इन्ने इन्ने उच्चे महल उसार लै। कोई बंदा एक दिन किसी का भला करे तो दूजे दिन बंदा ये गल जताउंदा भी हुण वो मेरे बारे की सोचता है भला। जेकर गुरुद्वारे 20 रुपये दे दिते, देग गुरुद्वारे किसी आदमी ने करवा दी, तुसीं वेखो भी असीं किन्ना परिस्थितियां दे विच फसे हुए हैं। गुरुद्वारे बंदे ने देग कराई तो बंदा कंन ला ला के भाई साहब दे कोलों सुणदा है, अरदास विच भी हुण मेरा नाम बोलिया जाता है भला। जताउने आ ना असीं, सोचते हैं ना असीं इन्हां चीज़ां नूं। जे गुरुद्वारे गराही दे दी, 4 पैसे दे दिते, किसी कारण भाई साहब ने ना नहीं बोलिया, चेता भुल गया, असीं रुस जाने साडा तां ना ही नहीं बोलिया। ਜਿਹੜੇ 4 ਬੰਦੇ ਗੁਰਦੁਆਰੇ ਆਏ ਉਹਨਾਂ ਵਿੱਚ ਕਿੱਦਾਂ ਪਤਾ ਲੱਗੇਗਾ ਵੀ ਅਸੀਂ ਵੀ 4 ਰੁਪਏ ਇੱਥੇ ਦਿੱਤੇ ਨੇ। ਅਸੀਂ ਕੱਲੀ ਕੱਲੀ ਚੀਜ਼ ਜਿਤਾਉਨੇ ਆ। ਕਿਸੇ ਦਾ ਤੁਸੀਂ ਅੱਜ ਭਲਾ ਕੀਤਾ, ਅਸੀਂ ਦੂਜੇ ਦਿਨ ਉਹਦਾ ਰਿਜ਼ਲਟ ਮੰਗਦੇ ਆ। ਪਰ ਧਰਤੀ ਨੇ ਅੱਜ ਤੱਕ ਕਿਸੇ ਤੇ ਕੋਈ ਸਵਾਲ ਨਹੀਂ ਕੀਤਾ। ਧਰਤੀ ਨੇ ਅੱਜ ਤੱਕ ਕਿਸੇ ਨੂੰ ਨਹੀਂ ਕਿਹਾ ਵੀ ਤੁਸੀਂ ਮੇਰੇ ਤੇ ਰਹਿੰਦੇ ਹੋ, ਮੇਰਾ ਤੁਹਾਡੇ ਤੇ ਬਹੁਤ ਵੱਡਾ ਅਹਿਸਾਨ ਹੈ। ਮਹਾਰਾਜ ਕਹਿੰਦੇ ਬੰਦਿਆ ਸਿੱਖਣਾ ਤੇ ਧਰਤੀ ਤੋਂ ਹੀ ਸਿੱਖ ਲੈ, ਜਿਹੜੀ ਇੰਨੀ ਦੁਨੀਆ ਦਾ ਭਾਰ ਚੁੱਕੀ ਫਿਰਦੀ ਹੈ, ਜਿਹੜੀ ਇੰਨੀ ਦੁਨੀਆ ਨੂੰ ਸੰਭਾਲ ਕੇ ਬੈਠੀ ਹੋਈ ਹੈ। ਸਤਿਗੁਰੂ ਜੀ ਕਹਿੰਦੇ ਨੇ ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ। ਇੰਦ ਦਾ ਮਤਲਬ ਹੁੰਦਾ ਹੈ ਮੇਘ ਬੱਦਲ, ਜਦੋਂ ਮੀਂਹ ਉੱਪਰੋਂ ਧਰਤੀ ਤੇ ਡਿੱਗਦਾ। ਕਹਿੰਦੇ ਇਹ ਵੀ ਉਹਦੇ ਹੁਕਮ ਦੇ ਵਿੱਚ ਹੀ ਹੈ, ਇਹ ਵੀ ਉਹਦੇ ਸਾਰੀਆਂ ਚੀਜ਼ਾਂ ਹੁਕਮ ਦੇ ਵਿੱਚ। ਮੀਂਹ ਨੇ ਕਦੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ, ਮੈਂ ਅਮੀਰ ਬੰਦੇ ਦੇ ਘਰ ਵਿੱਚ ਪੈਣਾ, ਗਰੀਬ ਦੇ ਘਰ ਵਿੱਚ ਨਹੀਂ ਪੈਣਾ, ਉੱਚੀ ਜਾਤ ਵਾਲੇ ਦੇ ਘਰ ਵਿੱਚ ਪੈਣਾ, ਨੀਵੀਂ ਜਾਤ ਵਾਲੇ ਦੇ ਘਰ ਵਿੱਚ ਨਹੀਂ ਪੈਣਾ। ਮੀਂਹ ਸਾਰੀਆਂ ਥਾਵਾਂ 'ਤੇ ਬਰਾਬਰ ਹੈ। ਕਦੀ ਮੀਂਹ ਪੈਣ ਲੱਗਿਆ ਕਿਸੇ ਨੇ ਵਿਤਕਰਾ ਨਹੀਂ ਕੀਤਾ। ਸਤਿਗੁਰੂ ਕਹਿੰਦੇ ਇਹਨਾਂ ਤੋਂ ਹੀ ਸਿੱਖ ਲੈ, ਜਿਹੜੇ ਧਰਤੀ ਦੇ ਉੱਪਰ ਘੁੰਮ ਰਹੇ ਨੇ ਇਹਨਾਂ ਤੋਂ ਹੀ ਸਿੱਖ ਲੈ। ਮਹਾਰਾਜ ਕਹਿੰਦੇ ਨੇ ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਉਹਦੇ ਭੈ ਵਿੱਚ, ਉਹਦੇ ਹੁਕਮ ਦੇ ਵਿੱਚ ਹੀ ਧਰਮ ਦਾ ਦੁਆਰ, ਧਰਮ ਦਾ ਦਰਵਾਜ਼ਾ, ਧਰਮ ਦਾ ਘਰ ਲੱਗਿਆ ਹੋਇਆ ਹੈ, ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿਸ ਦਾ ਹੁਕਮ ਵਰਤ ਰਿਹਾ ਹੈ। ਅੱਗੇ ਮਹਾਰਾਜ ਕਹਿੰਦੇ ਨੇ ਭੈ ਵਿੱਚ ਸੂਰਜ, ਭੈ ਵਿੱਚ ਚੰਦ। ਉਹਦੇ ਹੁਕਮ ਦੇ ਵਿੱਚ ਹੀ ਸੂਰਜ ਹੈ, ਉਹਦੇ ਹੁਕਮ ਦੇ ਵਿੱਚ ਹੀ ਚੰਦ ਹੈ। ਸੂਰਜ ਰੌਸ਼ਨੀ ਦਿੰਦਾ ਹੈ ਤੇ ਰੌਸ਼ਨੀ ਦੇ ਨਾਲ ਕਈ ਕੰਮਕਾਰ ਧਰਤੀ 'ਤੇ ਜਿਹੜੇ ਹੁੰਦੇ ਨੇ। ਜਦੋਂ ਧੁੱਪ ਮਿਲਦੀ ਹੈ ਕਈ ਬੂਟੇ ਹਰੇ ਹੁੰਦੇ ਨੇ। ਇਸ ਧੁੱਪ ਦੇ ਨਾਲ ਬੰਦੇ ਦੇ ਸਰੀਰ ਨੂੰ ਵੀ ਐਨਰਜੀ ਪ੍ਰਾਪਤ ਹੁੰਦੀ ਹੈ। ਪਰ ਕਦੀ ਕਿਸੇ ਨੇ ਇਸ ਗੱਲ ਦਾ ਦਾਅਵਾ ਨਹੀਂ ਕੀਤਾ ਵੀ ਸੂਰਜ ਨੇ ਕਿਹਾ ਹੋਵੇ ਮੈਂ ਤੁਹਾਨੂੰ ਇੰਨੀ ਰੌਸ਼ਨੀ ਦਿੱਤੀ, ਤੁਸੀਂ ਮੁੱਲ ਉਤਾਰੋ। ਘਰਾਂ ਦੇ ਵਿੱਚ ਬਿਜਲੀ ਆਉਂਦੀ ਹੈ ਨਾ, ਅਸੀਂ ਘਰ ਦੇ ਵਿੱਚ ਬਿਜਲੀ ਲਿਆਉਂਦੇ ਤੇ ਬਿਜਲੀ ਦਾ ਮੁੱਲ ਉਤਾਰਦੇ ਹਾਂ। ਜਿਹੜੀ ਲਾਈਟ ਅਸੀਂ ਆਪਣੇ ਘਰ ਦੇ ਵਿੱਚ ਬਾਲਦੇ ਹਾਂ, ਸਰਕਾਰ ਨੂੰ ਬਿੱਲ ਭਰਿਆ ਜਾਂਦਾ ਹੈ। ਅੱਜ ਤੱਕ ਕਿਸੇ ਨੇ ਸੂਰਜ ਨੂੰ ਵੀ ਬਿੱਲ ਭਰਿਆ ਹੈ? ਸੂਰਜ ਨੇ ਆਖਿਆ ਹੋਵੇ ਤੁਹਾਨੂੰ ਇੰਨੀ ਰੌਸ਼ਨੀ ਦਿੱਤੀ ਹੈ, ਤੁਸੀਂ ਸਾਡਾ ਵੀ ਬਿੱਲ ਭਰੋ। ਸੂਰਜ ਨੇ ਕਦੀ ਕਿਸੇ 'ਤੇ ਕੋਈ ਸਵਾਲ ਨਹੀਂ ਕੀਤਾ। ਸਤਿਗੁਰੂ ਕਹਿੰਦੇ ਜੇ ਇਹ ਸਾਰੀਆਂ ਚੀਜ਼ਾਂ ਕੁਦਰਤ ਨੇ ਤੈਨੂੰ ਇੰਨੀਆਂ ਵੱਡੀਆਂ ਦਿੱਤੀਆਂ ਨੇ, ਕਦੀ ਉਹਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ, ਤੇ ਬੰਦਿਆ ਤੂੰ ਮਨੁੱਖਾਂ ਦੇ ਵਿੱਚ ਵੰਡੀਆਂ ਪਾ ਕੇ ਕਿਉਂ ਬੈਠਾ ਹੋਇਆ? ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹਦੇ ਹੁਕਮ ਦੇ ਵਿੱਚ, ਉਹਦੇ ਡਰ ਦੇ ਵਿੱਚ ਹੀ ਚੰਦਰਮਾ ਚੱਲਦਾ ਹੈ। ਸਾਰੀ ਦੁਨੀਆ ਉਹਦੇ ਹੁਕਮ ਦੇ ਮੁਤਾਬਕ ਜ਼ਿੰਦਗੀ ਜੀ ਰਹੀ ਹੈ। ਅੱਗੇ ਫਿਰ ਮਹਾਰਾਜ ਕਹਿੰਦੇ ਕੋ ਕਰੋੜੀ ਚਲਤਨ ਅੰਤ, ਜਿਨ੍ਹਾਂ ਦਾ ਕਰੋੜਾਂ ਮੀਲ ਪੈਂਡਾ ਹੈ ਉਹ ਪੈਂਡਾ ਅੱਜ ਤੱਕ ਮੁੱਕਿਆ ਨਹੀਂ। ਅੱਗੇ ਫਿਰ ਸਤਿਗੁਰ ਬੇਨਤੀ ਕਰਦੇ ਨੇ ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਹੀ ਸਿੱਧ ਪੁੱਗੇ ਹੋਏ ਜੋਗੀ, ਬੁੱਧ ਗਿਆਨੀ, ਨਾਥ ਜੋਗੀ, ਸਾਰੇ ਉਹਦੇ ਭੈ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਨੇ। ਭੈ ਵਿੱਚ ਅਡਾਣੇ ਆਕਾਸ਼, ਆਕਾਸ਼ ਵੀ ਉਹਦੇ ਭੈ ਵਿੱਚ ਚੱਲ ਰਿਹਾ ਹੈ। ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੇਂ ਜਾਵੇਂ ਪੂਰ। ਭੈ ਦੇ ਵਿੱਚ ਹੀ ਜੋਧੇ ਮਹਾਬਲੀ ਸੂਰਬੀਰ, ਉਹ ਵੀ ਉਹਦੇ ਭੈ ਦੇ ਵਿੱਚ ਨੇ। ਉਹਦੇ ਹੁਕਮ ਤੋਂ ਬਾਹਰ ਕੋਈ ਚੀਜ਼ ਨਹੀਂ। ਭੈ ਵਿੱਚ ਆਵੇਂ ਜਾਵੇਂ ਪੂਰ, ਉਹਦੇ ਹੁਕਮ ਦੇ ਵਿੱਚ ਹੀ ਦੁਨੀਆ ਆ ਰਹੀ ਹੈ, ਦੁਨੀਆ ਜਾ ਰਹੀ ਹੈ। ਭਾਵ ਜੰਮਣ ਮਰਨਾ ਵੀ ਉਹਦੇ ਹੁਕਮ ਦੇ ਵਿੱਚ ਹੈ, ਉਹਦੇ ਹੁਕਮ ਤੋਂ ਬਾਹਰ ਕੋਈ ਚੀਜ਼ ਨਹੀਂ। ਸਾਰੀਆਂ ਚੀਜ਼ਾਂ, ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਹੈ। ਸਿਰਫ ਇੱਕੋ ਪਰਮਾਤਮਾ ਹੈ ਜਿਹਦੇ ਉੱਪਰ ਕਿਸੇ ਦਾ ਕੋਈ ਹੁਕਮ ਲਾਗੂ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ ਸਗਲਿਆਂ ਪਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਵਾਹਿਗੁਰੂ ਅਕਾਲ ਪੁਰਖ ਹੀ ਇੱਕ ਇਹੋ ਜਿਹੀ ਸ਼ਕਤੀ ਹੈ ਜਿਹਦੇ 'ਤੇ ਕਿਸੇ ਦਾ ਹੁਕਮ ਨਹੀਂ, ਬਾਕੀ ਸਾਰੀ ਦੁਨੀਆ ਉਹਦੇ ਹੁਕਮ ਦੇ ਮੁਤਾਬਕ ਹੈ। ਬੰਦਿਆ
ਤੂੰ ਵੀ ਉਹਦੇ ਹੁਕਮ ਦੇ ਵਿੱਚ ਆ, ਉਹਦੇ ਹੁਕਮ ਨੂੰ ਸਮਝ, ਉਹਦੇ ਹੁਕਮ ਦੇ ਮੁਤਾਬਕ ਸਤ, ਸੰਤੋਖ, ਦਇਆ, ਧਰਮ, ਧੀਰਜ ਇਹਨਾਂ ਦੈਵੀ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਸਾ। ਇਹਨਾਂ ਦੈਵੀ ਗੁਣਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਬਤੀਤ ਕਰ। ਈਰਖਾ, ਦਵੈਸ਼ ਭਾਵਨਾ, ਨਫ਼ਰਤ, ਸਾੜਾ, ਅਸੀਂ ਵੀ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ 'ਚੋਂ ਬਾਹਰ ਕਰਦੇ ਹੋਏ ਸਤ, ਸੰਤੋਖ, ਦਇਆ, ਧਰਮ, ਧੀਰਜ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਉਣ ਦਾ ਯਤਨ ਕਰੀਏ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ, ਵਡਿਆਈ ਗੁਰੂ ਦੀ। ਆਪ ਸਰਬੱਤ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ। ਅੰਤ ਵਿੱਚ ਬੁਲਾਓ ਫਤਿਹ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।